जी आए ਨੂੰ प्यारे विद्यार्थियों 10वीं जमात की अंग्रेजी की किताब इंग्लिश लिटरेचर बुक सप्लीमेंट्री रीडर लेसन नंबर 5 हाउ मच लैंड डज अ मैन नीड अर्थात एक बंदे ਨੂੰ किन्नी ਜ਼ਮੀਨ ਦੀ ਲੋੜ ਹੁੰਦੀ ਹੈ। ਇਸ ਲੈਸਨ ਦੇ ਪਹਿਲੇ 7 ਕੁਐਸਚਨ ਆਨਸਰਸ ਇਸ ਵੀਡੀਓ 'ਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਕੇ ਆਨਸਰਸ ਨੂੰ ਨੋਟ ਡਾਊਨ ਕਰ ਲਓ। ਐਕਸਪਲੇਨੇਸ਼ਨ ਨੂੰ ਧਿਆਨ ਦੇ ਨਾਲ ਸੁਣੋ, ਪਰ ਮਗਰੋਂ ਦੀ ਸਾਰੇ ਆਨਸਰਸ ਨੂੰ ਘੱਟ ਤੋਂ ਘੱਟ ਇੱਕ ਵਾਰੀ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। ਸੋ ਕੁਐਸਚਨ ਨੰਬਰ 1 व्हाट डिड दी टू वुमेन डिस्कस ਅਰਥਾਤ ਦੋ ਜਿਹੜੀਆਂ ਔਰਤਾਂ ਸਨ ਉਹਨਾਂ ਨੇ ਕਿਸ ਗੱਲ ਦੀ ਚਰਚਾ ਕੀਤੀ। वर दे रिलेटेड टू ईच अदर ਅਰਥਾਤ ਕੀ ਉਹ ਇੱਕ ਦੂਜੇ ਦੇ ਨਾਲ ਉਹਨਾਂ ਦੇ ਕੋਈ ਸੰਬੰਧ ਸਨ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਉਹ ਇੱਕ ਦੂਜੇ ਦੇ ਰਿਸ਼ਤੇਦਾਰ ਸਨ। ਸੋ ਇਹਦਾ ਜਵਾਬ ਹੈ ਦੀ ਟੂ ਵੂਮਨ ਡਿਸਕਸਡ देयर ਰਿਸਪੈਕਟਿਵ ਨੇ ਆਪਣੀਆਂ ਆਪਣੀਆਂ ਟਾਊਨ ਲਾਈਫ ਐਂਡ ਕੰਟਰੀ ਲਾਈਫ ਅਰਥਾਤ ਦੋ ਬੀਬੀਆਂ ਨੇ, ਦੋ ਔਰਤਾਂ ਨੇ ਆਪਣੀ ਆਪਣੀ ਪੇਂਡੂ ਅਤੇ ਸ਼ਹਿਰੀ ਲਾਈਫ ਦੀ ਚਰਚਾ ਕੀਤੀ। ਯੈਸ ਦੇਵਰ ਮਤਲਬ ਕਿ ਹਾਂ, ਦੇਵਰ ਰਿਲੇਟਿਡ ਟੂ ਈਚ ਅਦਰ ਉਹ ਇੱਕ ਦੂਜੇ ਨਾਲ ਉਹਨਾਂ ਦਾ ਰਿਸ਼ਤਾ ਸੀ। ਸੋ ਰਿਸ਼ਤਾ ਕੀ ਸੀ? ਦੇਵਰ ਸਿਸਟਰਸ ਉਹ ਦੋਨੋਂ ਭੈਣਾਂ ਸਨ। ਅਰਥਾਤ ਇੱਕ ਭੈਣ ਪਿੰਡ 'ਚ ਵਿਆਹੀ ਹੋਈ ਸੀ, ਇੱਕ ਭੈਣ ਸ਼ਹਿਰ 'ਚ ਵਿਆਹੀ ਹੋਈ ਸੀ। ਤਾਂ ਜਦੋਂ ਸ਼ਹਿਰ ਵਾਲੀ ਬੀਬੀ ਆਪਣੀ ਭੈਣ ਕੋਲ ਪਿੰਡ ਆਈ ਤੇ ਦੋਨੋਂ ਬੈਠ ਕੇ ਆਪਣੀ ਆਪਣੀ ਪੇਂਡੂ ਲਾਈਫ ਤੇ ਸ਼ਹਿਰੀ ਲਾਈਫ ਦੀ ਚਰਚਾ ਕਰ ਰਹੀਆਂ ਸਨ। ਅੱਛਾ ਬੱਚਿਓ, ਨਾਲ ਨਾਲ ਮੈਂ ਦੱਸ ਦਵਾਂ ਕਿ ਇਸੀ ਚੈਨਲ ਦੇ ਉੱਤੇ 10th ਕਲਾਸ ਦੀ ਤੁਹਾਡੀ ਹੋਰ ਪਲੇਲਿਸਟਾਂ ਵੀ ਹਨ। 10th ਇੰਗਲਿਸ਼ ਮੇਨ ਕੋਰਸ ਬੁੱਕ, 10th ਇੰਗਲਿਸ਼ ਗ੍ਰਾਮਰ, 10th ਸਾਇੰਸ, 10th ਮੈਥ, 10th ਮੈਥ ਨੋਟਸ। ਸੋ ਤੁਸੀਂ ਉਹ ਵਿਸ਼ਿਆਂ ਦੀ ਵੀਡੀਓਜ਼ ਵੀ ਦੇਖ ਸਕਦੇ ਹੋ। ਸੋ ਕੁਐਸਚਨ ਨੰਬਰ 2 what did one woman say in defense of rural life? ਰੂਰਲ ਹੁੰਦਾ ਬੱਚੋ ਪੇਂਡੂ, ਰੂਰਲ ਲਾਈਫ ਨੇ ਪੇਂਡੂ ਜ਼ਿੰਦਗੀ। ਅਰਥਾਤ ਇੱਕ ਔਰਤ ਨੇ, ਇੱਕ ਬੀਬੀ ਨੇ ਇਨ ਡਿਫੈਂਸ ਆਫ ਮੈਨੇ ਉਹਦੇ ਹੱਕ ਵਿੱਚ, ਉਹਦੇ ਪੱਖ ਵਿੱਚ, ਪੇਂਡੂ ਜ਼ਿੰਦਗੀ ਦੇ ਪੱਖ ਵਿੱਚ ਕੀ ਕਿਹਾ। ਠੀਕ ਹੈ। ਵਟ ਵਾਜ਼ ਦੀ ਕਾਊਂਟਰ ਆਰਗੂਮੈਂਟ ਤੇ ਉਹਦੇ ਦੂਜੇ ਪੱਖ ਵਿੱਚ ਉਹਦਾ ਵਿਰੋਧੀ ਪੱਖ ਕੀ ਸੀ। ਅਰਥਾਤ ਵਿਰੋਧੀ ਪੱਖ ਤੇ ਦੂਜੀ ਬੀਬੀ ਨੇ ਕਿਹਾ ਹੋਣਾ। ਠੀਕ ਹੈ। ਸੋ ਇਹਦਾ ਜਵਾਬ ਦੇਵਾਂਗੇ ਦਾ ਵਨ ਵੂਮਨ ਜਿਹੜੀ ਹੈ ਸੀਗੀ, ਇੱਕ ਨੇ ਡਿਫੈਂਡਡ ਮੈਨੇ ਉਹਦਾ ਮਤਲਬ ਕਿ ਪੱਖ ਪੂਰਿਆ, ਉਹਦੇ ਹੱਕ ਵਿੱਚ ਖੜੀ ਹੋਈ। ਅਰਥਾਤ ਡਿਫੈਂਡ ਮਿਲ ਗਈ, ਉਹਨੇ ਉਸ ਪੱਖ ਨੂੰ, ਆਪਣੇ ਪੱਖ ਨੂੰ ਪੂਰਿਆ। ਠੀਕ ਹੈ। ਕਾਹਦਾ? ਰੂਰਲ ਲਾਈਫ, ਪੇਂਡੂ ਲਾਈਫ। ਉਹਨੇ ਪੇਂਡੂ ਲਾਈਫ ਦੇ ਹੱਕ ਵਿੱਚ, ਪੇਂਡੂ ਜ਼ਿੰਦਗੀ ਦੇ ਹੱਕ ਵਿੱਚ ਬੋਲਿਆ ਬਾਈ ਸੇਇੰਗ, ਇਹ ਕਹਿ ਕੇ ਦੈਟ ਕੰਟਰੀ ਲਾਈਫ ਕਿ ਜਿਹੜੀ ਪਿੰਡਾਂ ਦੀ ਲਾਈਫ ਹੈ। ਇੱਥੇ ਕੰਟਰੀ ਮੈਨੇ ਬੱਚੋ, ਕੰਟਰੀ ਮੈਨੇ ਦੇਸ਼ ਵੀ ਹੁੰਦਾ ਹੈ ਤੇ ਕੰਟਰੀ ਮੈਨੇ ਪੇਂਡੂ ਜਿਹੜਾ ਜ਼ਮੀਨ ਹੈ ਉਹਨੂੰ ਵੀ ਅਸੀਂ ਕੰਟਰੀ ਕਹਿ ਦਿੰਦੇ ਹਾਂ। ਠੀਕ ਹੈ। ਦੋ ਰਫ, ਹਾਲਾਂਕਿ ਰਫ ਨੇ ਹਾਲਾਂਕਿ ਥੋੜੀ ਔਖੀ ਹੁੰਦੀ ਹੈ, ਬੰਦੇ ਨੂੰ ਮਿੱਟੀ ਘੱਟੇ 'ਚ ਕੰਮ ਕਰਨਾ ਪੈਂਦਾ, ਹੱਥੀਂ ਕੰਮ ਕਰਨਾ ਪੈਂਦਾ। ਵਾਜ਼ ਫ੍ਰੀ ਫਰੋਮ ਐਂਗਜ਼ਾਇਟੀ, ਪਰ ਪਿੰਡਾਂ ਦੀ ਜ਼ਿੰਦਗੀ ਉਹਨੇ ਕਿਹਾ ਕਿ ਚਿੰਤਾ ਤੋਂ, ਫਿਕਰ ਤੋਂ ਮੁਕਤ ਹੁੰਦੀ ਹੈ। ਇਹ ਪਿੰਡ ਦੀ ਜਿਹੜੀ ਜਨਾਨੀ ਉਹਨੇ ਕਿਹਾ। ਫਿਰ ਉਹਨੇ ਉਹ ਕਿਹਾ ਦੀ ਵਿਲੇਜ ਪੀਪਲ ਵਰ ਨਾਟ ਵੈਰੀ ਰਿਚ, ਵੀ ਪਿੰਡਾਂ ਦੇ ਲੋਕ ਬਹੁਤ ਅਮੀਰ ਤੇ ਨਹੀਂ ਹੁੰਦੇ, ਬਟ ਦੇ ਆਲਵੇਜ਼ ਹੈਡ ਇਨਫ ਟੂ ਈਟ, ਪਰ ਉਹਨਾਂ ਕੋ ਆਪਣੇ ਖਾਣ ਜੋਗਾ ਕਾਫੀ ਹੁੰਦਾ ਹੈ। ਐਂਡ ਡਿਡ ਨਾਟ ਕੈਰੀ ਦਾ ਰਿਸਕ ਆਫ ਲੂਜ਼ਿੰਗ ਆਲ ਲਾਈਕ ਟਾਊਨ ਪੀਪਲ, ਤੇ ਸ਼ਹਿਰੀਆਂ ਵਾਂਗੂ ਉਹਨਾਂ ਕੋਲ ਸਭ ਕੁਝ ਗਵਾ ਜਾਣ ਦਾ ਖਤਰਾ ਨਹੀਂ ਹੁੰਦਾ। ਅਰਥਾਤ ਸ਼ਹਿਰਾਂ ਵਿੱਚ ਹੁੰਦਾ ਕਦੀ ਬਿਜ਼ਨਸ ਜਿਹੜਾ ਹੈ ਬੜਾ ਉੱਤੇ ਚੜ ਗਿਆ ਤੇ ਕਦੀ ਕਰੋਂ ਡਾਵਾਂਡੋਲ ਹੋ ਗਿਆ, ਬੰਦੇ ਦਾ ਦਿਵਾਲਾ ਵੀ ਨਿਕਲ ਜਾਂਦਾ। ਤੇ ਉਹਨੇ ਕਿਹਾ ਕਿ ਪਿੰਡਾਂ ਵਿੱਚ ਇਹ ਖਤਰਾ ਨਹੀਂ ਹੈਗਾ, ਵੀ ਸਾਡਾ ਰੋਟੀ ਪਾਣੀ ਚੱਲਦਾ ਰਹਿੰਦਾ। ਇਹ ਤੇ ਉਹਦੀ ਗੱਲਾਂ ਸੀਗੀਆਂ ਕਿ ਇਨ ਡਿਫੈਂਸ ਆਫ ਰੂਰਲ ਲਾਈਫ। ਦੀ ਅਦਰ ਵੂਮਨ, ਹੁਣ ਕਾਊਂਟਰ ਆਰਗੂਮੈਂਟ, ਦੀ ਅਦਰ ਵੂਮਨ ਗੇਵ ਕਾਊਂਟਰ ਆਰਗੂਮੈਂਟਸ। ਕਾਊਂਟਰ ਆਰਗੂਮੈਂਟ ਹੁੰਦਾ ਮਤਲਬ ਕਿ ਵਿਰੋਧੀ ਪੱਖ, ਵਿਰੋਧੀ ਦਲੀਲ ਦਿੱਤੀ। ਬਾਈ ਲਿਸਟਿੰਗ ਐਡਵਾਂਟੇਜਸ ਆਫ ਸਿਟੀ ਲਾਈਫ, ਉਹਨੇ ਫਿਰ ਸ਼ਹਿਰ ਦੀ ਜਿਹੜੀਆਂ ਜ਼ਿੰਦਗੀ ਹੈ ਉਹਦੇ ਕਿਹੜੇ ਕਿਹੜੇ ਫਾਇਦੇ ਨੇ ਉਹਦੀ ਸੂਚੀ ਉਹਨੇ ਗਿਣਾਉਣੀ ਸ਼ੁਰੂ ਕਰ ਦਿੱਤੀ, ਉਹਦੀਆਂ ਗੱਲਾਂ ਗਿਣਾਉਣੀਆਂ ਸ਼ੁਰੂ ਕਰਤੀਆਂ। ਸੱਚ ਐਜ਼, ਜਿਵੇਂ ਕਿ ਕੰਫਰਟਸ, ਸਹੂਲਤਾਂ ਜਿਹੜੀਆਂ ਪਿੰਡਾਂ 'ਚ ਨਹੀਂ ਹੁੰਦੀਆਂ ਸ਼ਹਿਰਾਂ 'ਚ ਹੁੰਦੀਆਂ। ਸਟਾਈਲ, ਉਹਨੇ ਕਿਹਾ ਵੀ ਸਾਡਾ ਆਪਣਾ ਇੱਕ ਰੁਤਬਾ ਹੈਗਾ, ਸਟਾਈਲ ਹੈਗਾ। ਫੈਸ਼ਨ, ਪਿੰਡਾਂ ਦੇ ਲੋਕ ਉਹੀ ਸਧਾਰਨ ਕੱਪੜੇ ਪਾਉਂਦੇ ਨੇ ਤੇ ਅਸੀਂ ਕਹਿੰਦੇ, ਉਹ ਕਹਿੰਦੀ ਸ਼ਹਿਰ ਦੇ ਬੰਦੇ ਅਸੀਂ ਵੰਨ ਸਵੰਨੇ ਫੈਸ਼ਨ ਦੇ ਕੱਪੜੇ ਪਾਉਂਦੇ ਹਾਂ। ਫਾਈਨ ਕਲੋਥਸ, ਬੜੇ ਵਧੀਆ ਕੱਪੜੇ ਪਾਉਂਦੇ ਹਾਂ। ਐਂਡ ਅ ਵੈਰਾਈਟੀ ਆਫ ਗੁੱਡ ਥਿੰਗਸ ਟੂ ਈਟ, ਤੇ ਸਾਡੇ ਕੋਲ ਸ਼ਹਿਰ ਵਿੱਚ ਖਾਣ ਪੀਣ ਦੇ ਭਾਂਤ ਭਾਂਤ ਦੇ ਢਾਬੇ, ਹੋਟਲ, ਰੈਸਟੋਰੈਂਟ, ਅਸੀਂ ਕਈ ਚੀਜ਼ਾਂ ਖਾਂਦੇ ਹਾਂ ਤੇ ਤੁਸੀਂ ਪਿੰਡ ਦੇ ਲੋਕ ਸਿਰਫ ਦਾਲ ਰੋਟੀ ਖਾਂਦੇ ਹੋ। ਇਹ ਮਤਲਬ ਕਿ ਉਹਨਾਂ ਦੀ ਜਿਹੜੀ ਦੋ ਭੈਣਾਂ ਦੀ ਇੱਦਾਂ ਚਰਚਾ ਹੋਈ। ਠੀਕ ਹੈ। ਕੁਐਸਚਨ ਨੰਬਰ 3 ਪਾਖੋਮ। ਪਾਖੋਮ ਬੱਚੇ ਜਿਹੜੀ ਪਿੰਡ ਦੀ ਜਿਹੜੀ ਬੀਬੀ ਸੀਗੀ ਉਹਦਾ ਹਸਬੈਂਡ ਸੀਗਾ।
ਪਾਖੋਮ ਲਿਸਨ ਟੂ ਦੀ ਵੂਮਨਸ ਚੈਟਰ। ਚੈਟਰ ਹੁੰਦਾ ਬੱਚਿਓ, ਅਸੀਂ ਕਦੇ ਗੱਪਾਂ ਵੀ ਕਹਿ ਸਕਦੇ ਹਾਂ, ਟੈਂ ਟੈਂ ਵੀ ਕਹਿ ਸਕਦੇ ਹਾਂ, ਚੱਪੜ ਚੱਪੜ ਵੀ ਕਹਿ ਸਕਦੇ ਹਾਂ। ਸੋ ਇੱਥੇ ਚੈਟਰ ਉਹਨੇ ਕਿਹਾ ਵੀ ਉਹਨੇ ਪਾਖੋਮ ਨੇ ਦੇਖਿਆ ਆਪਣੀ ਜਨਾਨੀ ਤੇ ਉਹਦੀ ਸਾੜੀ, ਹਨਾ, ਉਹ ਦੋਨੋਂ ਭੈਣਾਂ ਦੀ ਉਹਨੇ ਚੱਪੜ ਚੱਪੜ ਸੁਣੀ ਜਾਂ ਟੈਂ ਟੈਂ ਸੁਣੀ ਜਾਂ ਉਹਨੇ ਗੱਪਾਂ ਸੁਣੀਆਂ। ਹੀ ਸਟਾਰਟਡ ਬਰੂਡਿੰਗ। ਬਰੂਡ ਹੁੰਦਾ ਕੋਈ ਵਿਚਾਰ ਕਰਨੀ, ਕਿਸੇ ਚੀਜ਼ ਬਾਰੇ ਸੋਚਣਾ, ਸੀਰੀਅਸਲੀ ਗੰਭੀਰਤਾ ਦੇ ਨਾਲ ਸੋਚਣਾ। ਹੀ ਸਟਾਰਟਡ ਬਰੂਡਿੰਗ, ਉਹਨੇ ਬੜੇ ਧਿਆਨ ਨਾਲ ਸੋਚਣ ਲੱਗਿਆ, ਉਹਨਾਂ ਦੀ ਜਿਹੜੀਆਂ ਗੱਲਾਂ ਸੁਣੀਆਂ। ਐਂਡ ਰੀਚਡ ਅ ਕਨਕਲੂਜਨ, ਤੇ ਇੱਕ ਸਿੱਟੇ ਤੇ ਪੁੱਜਿਆ। ਰੀਚ ਅ ਕਨਕਲੂਜਨ ਹੁੰਦਾ ਕਿਸੇ ਸਿੱਟੇ ਤੇ ਪੁੱਜਣਾ। ਵਟ ਵਾਜ਼ ਦੀ ਕਨਕਲੂਜਨ, ਉਹ ਸਿੱਟਾ ਕੀ ਸੀ, ਠੀਕ ਹੈ। ਸੋ ਪਾਖੋਨ ਲਿਸਨ ਟੂ ਦੀ ਵੂਮਨਸ ਚੈਟਰ। ਪਾਖੋਨ ਉਹਨਾਂ ਦੇ ਆਪਣੀ ਜਨਾਨੀ ਜਿਹੜੀ ਉਹਦੀ ਪਤਨੀ ਤੇ ਉਹਦੀ ਸਾੜੀ ਦੀ ਜਿਹੜੀ ਚੱਪੜ ਚੱਪੜ ਸੁਣੀ। ਐਂਡ ਐਗਰੀਡ ਵਿਦ ਦੀ ਕੇਅਰ ਫਰੀ ਰੂਰਲ ਲਾਈਫ, ਤੇ ਉਹ ਵੀ ਜਿਹੜਾ ਸੀ ਆਪਣੀ ਪਤਨੀ ਦੀ ਵੱਲੋਂ ਜਿਹੜੀ ਕਈ ਗੱਲ ਕਈ ਜਿਹੜੀ ਪਿੰਡਾਂ ਦੀ ਲਾਈਫ ਹੈ ਉਹ ਬੇਪਰਵਾਹੀ ਵਾਲੀ ਹੈਗੀ ਹੈ, ਚਿੰਤਾ ਮੁਕਤ ਹੈਗੀ ਹੈ, ਉਹਦੇ ਨਾਲ ਉਹ ਸਹਿਮਤ ਹੋਇਆ। ਹੀ ਕਨਕਲੂਡਡ, ਪਰ ਉਹਨੇ ਸਿੱਟਾ ਕੱਢਿਆ, that his trouble was that he did not own enough land। ਪਰ ਉਹਨੇ ਸਿਰਫ ਇੱਕ ਇਹ ਸਿੱਟਾ ਕੱਢਿਆ ਕਿ ਉਹਦੀ ਮੁਸ਼ਕਿਲ ਸਿਰਫ ਇਹ ਸੀ ਕਿ ਉਹਦੇ ਕੋਲ ਆਪਣੀ ਜ਼ਮੀਨ ਕਾਫੀ ਨਹੀਂ ਸੀਗੀ, ਠੀਕ ਹੈ। ਐਂਡ ਅਤੇ if he had plenty of it, ਤੇ ਜੇ ਕਿਤੇ ਉਹਦੇ ਕੋਲ ਬਹੁਤ ਜ਼ਿਆਦਾ ਜ਼ਮੀਨ ਹੋਵੇ, he would not fear even the devil, ਤੇ ਫਿਰ ਤੇ ਉਹ ਕਿਸੇ ਦੈਂਤ ਦੀ ਵੀ, ਰਾਖਸ਼ ਦੀ ਵੀ, ਕਿਸੇ ਮਤਲਬ ਸ਼ਰਾਪ ਦੇਣ ਵਾਲੇ ਦੇਵੀ ਦੇਵਤੇ ਦੀ ਵੀ ਪਰਵਾਹ ਨਹੀਂ ਕਰੇਗਾ। ਇੱਥੇ ਡੇਵਿਲ ਦਾ ਮਤਲਬ ਸ਼ੈਤਾਨ, ਵੀ ਉਹ ਕਿਸੇ ਵੱਡੀ ਤਾਕਤ ਦੀ ਵੀ ਪਰਵਾਹ ਨਹੀਂ ਕਰੇਗਾ। ਇੱਦਾਂ ਉਹਨੇ ਆਪਣੇ ਮਨ ਵਿੱਚ ਸੋਚਿਆ। ਕੁਐਸਚਨ ਨੰਬਰ 4, ਵੈਨ ਦੀ ਡੇਵਿਲ ਹਰਡ ਪਾਖੋਮਸ ਮਿਊਜ਼ਿੰਗਸ। ਮਿਊਜ਼ਿੰਗਸ ਹੁੰਦੀਆਂ ਲੰਬੀ ਡੂੰਘੀ ਵਿਚਾਰ, ਕਿਉਂਕਿ ਉਹ ਮਿਊਜ਼ਿੰਗਸ ਕਿਹੜੀ ਸੀਗੀਆਂ, ਪਾਖੋਮ ਨੇ ਕਿਹਾ ਵੀ ਜੇ ਕਿਤੇ ਜ਼ਮੀਨ ਆਵੇ ਫਿਰ ਤੇ ਮੈਂ ਡੇਵਿਲ ਦੀ, ਸ਼ੈਤਾਨ ਦੀ, ਜਾਂ ਜਿਹੜਾ ਕੋਈ ਸ਼ਰਾਪ ਦੇ ਦਿੰਦਾ ਜਾਂ ਕੋਈ ਦੈਂਤ ਹੁੰਦਾ, ਕੋਈ ਤਾਕਤ ਹੁੰਦੀ ਵੱਡੀ, ਮੈਂ ਉਹਦੀ ਪਰਵਾਹ ਵੀ ਨਹੀਂ ਕਰਦਾ। ਸੋ ਡੇਵਿਲ ਖੜਾ ਸੁਣ ਰਿਹਾ ਸੀਗਾ। ਇਹ ਬੱਚੇ ਇੱਕ ਮਿਥਿਹਾਸ ਦੀ ਗੱਲ ਹੈ ਕਿ ਮਿਥ ਹੈਗੀ ਹੈ ਵੀ, ਕਹਾਣੀ ਹੈ ਸਮਝਾਉਣ ਵਾਸਤੇ। ਸੋ ਵੈਨ ਦੀ ਡੇਵਿਲ, ਕਿਉਂਕਿ ਇਹ ਪੱਛਮੀ ਜਿਹੜੀ ਥਾਟ ਹੈਗੀ ਹੈ, ਇਹ ਸਾਡੇ ਇੰਡੀਆ ਵਿੱਚ ਡੇਵਿਲ ਦਾ ਕਨਸੈਪਟ ਨਹੀਂ ਹੈਗਾ, ਪਰ ਜਿਹੜਾ ਇਸਲਾਮ ਹੈਗਾ ਜਾਂ ਕ੍ਰਿਸਚੈਨਿਟੀ ਹੈਗੀ ਹੈ, ਇਹਨਾਂ ਵਿੱਚ ਨਾ ਦੋ ਸ਼ਰੀਕ ਮੰਨੇ ਗਏ ਨੇ, ਵੀ ਇੱਕ ਰੱਬ ਹੈਗਾ ਤੇ ਰੱਬ ਦਾ ਸ਼ਰੀਕ ਡੇਵਿਲ ਹੈਗਾ। ਸੋ ਜਿਹੜਾ ਰੱਬ ਦੀ ਤੇ ਸ਼ੈਤਾਨ ਦੀ ਜਦੋਜਹਿਦ ਆਪਸ 'ਚ ਲੜਾਈ ਹੁੰਦੀ ਰਹਿੰਦੀ ਹੈ, ਠੀਕ ਹੈ ਨਾ। ਮਤਲਬ ਕਿ ਰੱਬ ਜਿਹੜਾ ਡੇਵਿਲ ਹੈਗਾ ਉਹ ਭਗਤਾਂ ਨੂੰ ਆਪਣੇ ਰੱਬ ਵੱਲੋਂ ਤੋੜਨ ਦਾ ਯਤਨ ਕਰਦਾ ਹੈ। ਇੱਦਾਂ ਦੀ ਮਤਲਬ ਕਿ ਇਹਨਾਂ ਦੀ ਕਹਾਣੀ ਹੈਗੀ ਹੈ। ਸੋ ਵੈਨ ਦੀ ਡੇਵਿਲ ਹਰਡ ਪਾਖੋਮਸ ਮਿਊਜ਼ਿੰਗਸ, ਵਟ ਡਿਡ ਹੀ ਡਿਸਾਈਡ। ਕਹਿੰਦੇ ਜਦੋਂ ਸ਼ੈਤਾਨ ਨੇ ਪਾਖੋਮ ਦੇ ਡੂੰਘੇ ਵਿਚਾਰ ਸੁਣੇ, ਵਟ ਡਿਡ ਹੀ ਡਿਸਾਈਡ, ਤੇ ਉਹਨੇ ਕੀ ਫੈਸਲਾ ਕੀਤਾ, ਉਹਨੇ ਡੇਵਿਲ ਨੇ। ਔਨ ਹੀਅਰਿੰਗ ਪਾਖੋਮਸ ਮਿਊਜ਼ਿੰਗਸ, ਅਰਥਾਤ ਪਾਖੋਮ ਦੇ ਵਿਚਾਰ ਸੁਣਨ ਤੋਂ ਬਾਅਦ, ਦੀ ਡੇਵਿਲ ਡਿਸਾਈਡਡ, ਡੇਵਿਲ ਨੇ, ਸ਼ੈਤਾਨ ਨੇ ਇਹ ਫੈਸਲਾ ਕੀਤਾ, ਟੂ ਗਿਵ ਹਿਮ ਅਨਫ ਲੈਂਡ, ਵੀ ਚੱਲ ਠੀਕ ਹੈ ਕਾਕਾ, ਤੂੰ ਇੱਦਾਂ ਕਿਹਾ ਨਾ ਵੀ ਮੈਂ ਪਰਵਾਹ ਨਹੀਂ ਕਰਦਾ ਕਿਸੇ ਸ਼ੈਤਾਨ ਦੀ। ਉਹਨੇ ਫੈਸਲਾ ਕੀਤਾ ਕਿ ਮੈਂ ਪਾਖੋਮ ਨੂੰ ਬਹੁਤ ਸਾਰੀ ਜ਼ਮੀਨ ਦੇ ਦਾਂਗਾ। ਐਂਡ ਦਸ ਗੈਟ ਕੰਟਰੋਲ ਓਵਰ ਹਿਮ, ਤੇ ਇਸ ਤਰ੍ਹਾਂ ਉਹਦੇ ਤੇ ਆਪਣਾ ਮੈਂ ਸ਼ਿਕੰਜਾ ਕੱਸਾਂਗਾ, ਉੱਤੇ ਆਪਣੀ ਤਾਕਤ ਜਮਾਵਾਂਗਾ। ਡੇਵਿਲ ਨੇ ਕਿਹਾ ਕਿ ਕਿਉਂਕਿ ਜਿਹੜਾ ਇਹਨਾਂ ਦਾ ਜੋ ਕਨਸੈਪਟ ਹੈ, ਡੇਵਿਲ ਜਿਹੜਾ ਹੈ ਉਹ ਜਿਹੜੇ ਸਿੱਧੇ ਪੱਧਰੇ ਬੰਦੇ ਨੇ, ਮਾਤੜ ਸ਼ਰੀਫ ਬੰਦੇ ਨੇ, ਸੰਤੋਖੀ ਬੰਦੇ ਨੇ, ਉਹਨਾਂ ਤੇ ਸ਼ੈਤਾਨ ਦਾ ਕੁਝ ਜਾਦੂ ਨਹੀਂ ਚੱਲਦਾ। ਪਰ ਜਿੱਲੇ ਬੰਦਾ ਲਾਲਚੀ ਹੋ ਜਾਂਦਾ, ਫਿਰ ਜਿਹੜਾ ਸ਼ੈਤਾਨ ਹੈਗਾ ਹਾਵੀ ਹੋ ਜਾਂਦਾ। ਤੇ ਕਹਿੰਦੇ ਇਸ ਤਰ੍ਹਾਂ ਜਿੱਲੇ ਮੈਂ ਉਹਨੂੰ ਜ਼ਮੀਨ ਦੇਵਾਂਗਾ ਤੇ ਇਹਦੇ ਪਾਖੋਮ ਦੇ ਉੱਤੇ ਮੈਂ ਆਪਣਾ ਕਬਜ਼ਾ ਕਰ ਲਾਂਗਾ। ਦੀ ਐਸਟੇਟ ਓਨਰ, ਐਸਟੇਟ ਹੁੰਦਾ ਬੱਚਿਓ ਬਹੁਤ ਜ਼ਿਆਦਾ ਖੇਤੀਬਾੜੀ ਵਾਲੀ ਜ਼ਮੀਨ, ਓਨਰ ਮੈਨੇ ਜ਼ਿਮੀਦਾਰ ਕਹਿ ਸਕਦੇ ਹਾਂ। ਦੀ ਐਸਟੇਟ ਓਨਰ ਮੈਨੇ ਜ਼ਿਮੀਦਾਰ। ਔਨ ਹੂਜ਼ ਲੈਂਡ ਪਾਖੋਮ ਵਾਜ਼ ਟੈਨੈਂਟ, ਟੈਨੈਂਟ ਹੁੰਦਾ ਕਿਰਾਏਦਾਰ, ਠੀਕ ਹੈ। ਸੋਲਡ ਹਰ ਲੈਂਡ, ਕਹਿੰਦੇ ਜਿਹੜਾ ਜ਼ਿਮੀਦਾਰ ਸੀ ਜਿਹਦੇ ਜ਼ਮੀਨ ਤੇ ਪਾਖੋਮ ਇੱਕ ਉਹ ਮਤਲਬ ਮਾਮਲੇ ਤੇ ਲੈਂਦਾ ਸੀ, ਠੇਕੇ ਤੇ ਲੈਂਦਾ ਸੀ, ਜਾਂ ਉਹ ਤੇ ਕਿਰਾਏਦਾਰ ਸੀਗਾ, ਉਹਨੇ ਜ਼ਮੀਨ ਆਪਣੀ ਵੇਚ ਦਿੱਤੀ ਉਸ ਲੈਂਡ ਲੈਣੀ ਜ਼ਿਮੀਦਾਰਨੀ ਨੇ। ਹੂ ਬੌਟ ਦਾ ਲੈਂਡ, ਉਹ ਜ਼ਮੀਨ ਕਿਹਨੇ ਖਰੀਦੀ। ਸੋ ਵਨ ਆਫ ਪਾਖੋਮਸ ਨੇਬਰਸ, ਅਰਥਾਤ ਪਾਖੋਮ ਦੇ ਇੱਕ ਗੁਆਂਢੀ ਨੇ, ਬੌਟ 50 ਏਕੜਸ ਆਫ ਲੈਂਡ, ਉਹਨੇ 50 ਏਕੜ ਜ਼ਮੀਨ ਖਰੀਦੀ। ਡਰਿਵਨ ਬਾਏ ਦਿਸ, ਇਸ ਗੱਲ ਤੋਂ ਪ੍ਰੇਰਿਤ ਹੋ ਕੇ, ਮਤਲਬ ਉਹਨੇ ਖਰੀਦੀ ਤੇ ਉਹਨੂੰ ਵੀ ਚਾਅ ਚੜਿਆ, ਉਹਨੂੰ ਵੀ ਮਤਲਬ ਕਿ ਸ਼ੌਕ ਹੋਇਆ। ਡਰਿਵਨ ਬਾਏ ਦਿਸ, ਅਰਥਾਤ ਇਸ ਗੱਲ ਤੋਂ ਪ੍ਰੇਰਿਤ ਹੋ ਕੇ, ਪਾਖੋਮ ਅਰੇਂਜਡ ਮਨੀ, ਪਾਖੋਮ ਨੇ ਵੀ ਫਿਰ ਪੈਸੇ ਦਾ ਬੰਦੋਬਸਤ ਕੀਤਾ। ਐਂਡ ਬੌਟ 40 ਏਕੜਸ ਆਫ ਲੈਂਡ, ਉਹਦੀ ਲੈਂਡ, ਤੇ ਉਹਨੇ ਵਿੱਚ 40 ਏਕੜ ਜ਼ਮੀਨ ਉਹਨੇ ਖਰੀਦੀ, ਉਹਦੇ ਗੁਆਂਢੀ ਨੇ 50 ਏਕੜ ਜ਼ਮੀਨ ਖਰੀਦੀ ਸੀ। ਕੁਐਸਚਨ ਨੰਬਰ 6, ਹਾਊ ਡਿਡ ਪਾਖੋਮ ਮੈਨੇਜ ਟੂ ਪੁੱਟ ਟੂਗੈਦਰ ਦੀ ਮਨੀ ਫॉर ਬਾਇੰਗ ਦੀ ਲੈਂਡ, ਅਰਥਾਤ ਪਾਖੋਮ ਨੇ ਜ਼ਮੀਨ ਖਰੀਦਣ ਦੇ ਵਾਸਤੇ ਪੈਸੇ ਦਾ ਪ੍ਰਬੰਧ ਜੁਗਾੜ ਕਿਵੇਂ ਕੀਤਾ।
ਉਹਦੇ ਕੋਲ ਤਾਂ ਇੰਨਾ ਪੈਸਾ ਸੀਗਾ ਨਹੀਂ। ਸੋ ਉਹਨੇ ਇਹ ਕੰਮ ਕੀਤੇ ਹੈ। ਇਸ ਆਨਸਰ ਵਿੱਚ ਇਹ ਸਾਡਾ ਜਵਾਬ, ਮਤਲਬ ਕਿ ਇਸ ਆਨਸਰ ਵਿੱਚ ਉਹ ਗੱਲ ਸਾਰੀਆਂ ਆਉਣਗੀਆਂ। ਪਾਖਮ ਸੋਲਡ ਇਜ਼ ਕੋਲਟ। ਹੁਣ ਕੋਲਟ ਕੀ ਹੁੰਦਾ ਬੱਚੋ? ਦੇਖੋ ਇਹ ਸ਼ਬਦ ਮੈਂ ਤੁਹਾਡੇ ਇੱਥੇ ਲਿਖ ਵੀ ਦਿੱਤਾ ਤਾਂ ਕਿ ਤੁਹਾਨੂੰ ਚੇਤਾ ਰਹਿ ਜਾਏ। मैं जबानी बोलांगा फिर शायद भूल जाए। सो कोल्ट होता है यंग मेल हॉर्स, अर्थात नर घोड़ा, पर घोड़े का बच्चा, मतलब पूरा वड्डा नहीं होया होया। जिदा असी मझ का कहने कट्टा कह दें, गां का बच्चा कह दें, इसी तरह घोड़ी का जोड़ा होंदा मेल उन्होंने असी कहने कोल्ट अंग्रेजी में, याद रखना। सो पॉखम सोल्ड इज कोल्ट, अर्थात उन्हें अपना जवान घोड़ा बेचिया। एंड वन हाफ ऑफ इज बीज, ਤੇ ਅੱਧੀਆਂ ਆਪਣੀਆਂ ਮੱਖੀਆਂ, ਮਧੂਮੱਖੀਆਂ ਸ਼ਾਇਦ ਉਹ ਮਤਲਬ ਕਿ ਮੱਖੀ ਪਾਲਣ ਕਰਦਾ ਹੋਣਾ, ਤੇ ਅੱਧੀਆਂ ਉਹਨੇ ਮੱਖੀਆਂ ਵੇਚਤੀਆਂ। ਹੀ ਹਾਇਰਡ ਆਊਟ ਵਨ ਆਫ ਹਿਸ ਸਨਸ ਐਜ਼ ਅ ਲੇਬਰਰ, ਤੇ ਉਹਨੇ ਆਪਣੇ ਇੱਕ ਪੁੱਤਰ ਨੂੰ ਮਜ਼ਦੂਰ ਦੇ ਤੌਰ ਤੇ ਕਿਸੇ ਤੇ ਰੱਖ ਦਿੱਤਾ ਨੌਕਰੀ ਤੇ, ਵੀ ਹੈ ਮੇਰਾ ਪੁੱਤਰ ਤੇਰੇ ਇੱਥੇ ਮਜ਼ਦੂਰੀ ਕਰੇਗਾ। ਤੇ ਟੁਕ ਹਿਸ ਅਰਨਿੰਗਸ ਇਨ ਐਡਵਾਂਸ, ਤੇ ਉਹਦੇ ਕੋਲੋਂ ਐਡਵਾਂਸ ਦੇ ਵਿੱਚ ਉਹਨੇ ਤਨਖਾਹ ਲੈ ਲਈ ਕਿ ਯਾਰ ਮੈਨੂੰ ਲੋੜ ਹੈਗੀ ਹੈ, ਮੇਰਾ ਮੁੰਡਾ ਤੇਰੇ ਕੋਲ ਕੰਮ ਕਰੇਗਾ ਤੇ ਤੂੰ ਮੈਨੂੰ ਇਹਦੇ ਪੈਸੇ ਥੋੜੇ ਐਡਵਾਂਸ ਦੇ ਦੇ ਜੋ ਇਹਨੂੰ ਦੇਣੇ ਨੇ। ਉਹਨੇ ਲੈ ਲਏ ਉਹਦੇ ਕੋਲੋਂ। ਐਂਡ ਬੋਰੋਡ ਹੁੰਦਾ ਹੈ ਉਧਾਰ ਲੈਣੇ। ਐਂਡ ਬੋਰੋਡ ਸਮ ਮਨੀ ਫਰੋਮ ਬ੍ਰਦਰ ਇਨ ਲਾਅ। ਹੁਣ ਬ੍ਰਦਰ ਇਨ ਲਾਅ ਬੱਚੇ ਦੇਖੋ, ਬ੍ਰਦਰ ਇਨ ਲਾਅ ਤੇ ਕੋਈ ਵੀ ਹੋ ਸਕਦਾ, ਇੱਥੇ ਜੀਜਾ ਵੀ ਹੋ ਸਕਦਾ ਹੈ, ਸਾਲਾ ਵੀ ਹੋ ਸਕਦਾ ਹੈ, ਠੀਕ ਹੈ ਨਾ। ਸੋ ਉਹਨੇ ਆਪਣੇ ਜੀਜੇ ਜਾਂ ਸਾਲੇ ਕੋਲੋਂ, ਬ੍ਰਦਰ ਇਨ ਲਾਅ ਦੇ ਕੋਲੋਂ ਪੈਸੇ ਉਧਾਰ ਲਏ। ਟੂ ਆਲ ਦਿਸ, ਤੇ ਇਹ ਸਾਰੇ ਦੇ ਵਿੱਚ ਮਤਲਬ ਕਿ ਜੋ ਪੈਸੇ ਉਹ ਜਵਾਨ ਘੋੜਾ ਵੇਚ ਕੇ ਆਏ, ਘੋੜੇ ਦਾ ਬੱਚਾ ਵੇਚ ਕੇ ਆਏ, ਅੱਧੀਆਂ ਮੱਖੀਆਂ, ਆਪਣੇ ਪੁੱਤਰ ਦੀ ਜੋ ਲੇਬਰ ਦੀ ਕਮਾਈ ਜਿਹੜੀ ਸੀਗੀ ਐਡਵਾਂਸ ਲਈ ਉਹ, ਤੇ ਫਿਰ ਆਪਣੇ ਜੀਜੇ ਸਾਲੇ ਕੋਲੋਂ ਪੈਸੇ ਉਧਾਰ ਲਏ, ਉਹ ਸਾਰੇ ਦੇ ਵਿੱਚ ਹੀ ਐਡਿਡ ਹਿਜ਼ ਸੇਵਿੰਗਸ ਆਫ 100 ਰੂਬਲਸ। ਰੂਬਲ ਬੱਚਿਓ ਰਸ਼ੀਆ ਦੀ ਕਰੰਸੀ ਦਾ ਨਾਮ ਹੈਗਾ। ਜਿੱਦਾਂ ਸਾਡੇ ਇੰਡੀਆ ਦੀ ਕਰੰਸੀ ਦਾ ਨਾਮ ਰੁਪੀਜ਼ ਹੈਗਾ, ਇਸੇ ਤਰ੍ਹਾਂ ਰਸ਼ੀਆ ਦੀ ਕਰੰਸੀ ਦਾ ਨਾਮ ਰੂਬਲਸ ਹੈਗਾ। ਤੇ ਉਹਨੇ ਆਪਣੇ 100 ਰੂਬਲ ਬਚਾਏ ਹੋਏ ਸੀ, ਤੇ ਇਹਦੇ ਵਿੱਚ ਉਹਨੇ 100 ਰੂਬਲ ਉਹ ਵੀ ਜੋੜ ਦਿੱਤੇ। ਇਟ ਇਜ਼ ਹਾਊ ਹੀ ਮੈਨੇਜ ਟੂ ਪੁੱਟ ਟੂਗੈਦਰ ਮਨੀ ਫॉर ਬਾਇੰਗ ਦੀ ਲੈਂਡ। ਇਸ ਢੰਗ ਦੇ ਨਾਲ ਉਹਨੇ ਜ਼ਮੀਨ ਖਰੀਦਣ ਦੇ ਵਾਸਤੇ ਉਹ ਸਾਰਾ ਪੈਸਾ ਜੋੜਿਆ। ਕੁਐਸਚਨ ਨੰਬਰ 7, ਇਸ ਵੀਡੀਓ ਦਾ ਆਖਰੀ ਕੁਐਸਚਨ, ਪਰ ਇਹਦੇ ਅੱਗੇ ਬੱਚੇ ਇੱਕ ਮੈਂ ਤੁਹਾਡੇ ਜਨਰਲ ਨੌਲੇਜ ਦੀ ਇੱਕ ਚੀਜ਼ ਐਡ ਕੀਤੀ ਹੈ, ਉਹ ਜ਼ਰੂਰ ਦੇਖਿਓ। ਪਾਖਮ ਮੈਟ ਅ ਸਟ੍ਰੇਂਜਰ ਵਨ ਡੇ। ਪਾਖਮ ਨੂੰ ਇੱਕ ਦਿਨ ਇੱਕ ਅਜਨਬੀ ਮਿਲਿਆ। ਹੂ ਵਾਜ਼ ਦਿਸ ਸਟ੍ਰੇਂਜਰ, ਉਹ ਅਜਨਬੀ ਕੌਣ ਸੀ? ਵਟ ਇਨਫੋਰਮੇਸ਼ਨ ਡਿਡ ਹੀ ਗਿਵ ਟੂ ਪਾਖਮ, ਉਹਨੇ ਪਾਖਮ ਨੂੰ ਕਿਹੜੀ ਜਾਣਕਾਰੀ ਦਿੱਤੀ? ਸੋ ਜਵਾਬ ਹੈ ਦੀ ਸਟ੍ਰੇਂਜਰ ਵਾਜ਼ ਅ ਪੈਜ਼ੈਂਟ, ਉਹ ਇੱਕ ਕਿਸਾਨ ਸੀ ਜਾਂ ਕਿਸਾਨੀ ਮਜ਼ਦੂਰ ਸੀ, ਠੀਕ ਹੈ। ਹੀ ਇਨਫੋਰਮਡ ਪਾਖਮ ਦੈਟ ਹੀ ਹੈਡ ਕਮ ਫਰਮ ਬਿਯੋਂਡ ਦੀ ਵੋਲਗਾ, ਉਹਨੇ ਪਾਖਮ ਨੂੰ ਇਹ ਜਾਣਕਾਰੀ ਦਿੱਤੀ ਕਿ ਉਹ ਵੋਲਗਾ ਤੋਂ ਵੀ ਪਰਿਓਂ ਦੀ ਪਿੱਛੋਂ ਦੀ ਆਇਆ ਸੀ। ਹੁਣ ਵੋਲਗਾ ਕੀ ਬੱਚਿਓ, ਇਹ ਅਗਲੀ ਸਲਾਈਡ ਵਿੱਚ ਮੈਂ ਇਹਦਾ ਪੂਰਾ ਵੇਰਵਾ ਦਿੱਤਾ ਹੈ, ਉਹ ਤੁਸੀਂ ਦੇਖ ਲਿਓ, ਕਿਉਂਕਿ ਵੋਲਗਾ ਹੈ ਤੁਹਾਨੂੰ ਜਾਣਕਾਰੀ ਜਨਰਲ ਨੌਲੇਜ ਹੋਣੀ ਚਾਹੀਦੀ ਹੈ। ਸੋ ਮੈਂ ਇੱਥੇ ਨਹੀਂ ਕਵਰ ਕਰਦਾ, ਅੱਗੇ ਇੱਕ ਚੀਜ਼ ਕਵਰ ਆ ਜੀ। ਕਹਿੰਦੇ ਮੈਂ ਵੋਲਗਾ ਤੋਂ ਵੀ ਪਿੱਛੋਂ ਦੀ ਆਇਆ ਹਾਂ। He further said that, ਉਹਨੇ ਫਿਰ ਅੱਗੇ ਕਿਹਾ that many people were settling there, ਕਿ ਉੱਥੇ ਬੜੇ ਲੋਕ ਆ ਕੇ ਵਸਦੇ ਪਏ ਸਨ। And the land there was so fertile, ਤੇ ਉੱਥੇ ਜ਼ਮੀਨ ਇੰਨੀ ਉਪਜਾਊ ਸੀ that rye grew as high as a horse, ਜਿਹੜੀ ਰਾਈ ਦੀ ਫਸਲ ਹੈ ਉਹ ਘੋੜੇ ਜਿੰਨੀ ਉੱਚੀ ਹੁੰਦੀ ਹੈ। And thick enough to make a bundle from 5 cuts of sickle, ਸਿੱਕਲ ਹੁੰਦੀ ਦਾਤੀ। ਤੇ ਕਹਿੰਦੇ ਇੰਨੀ ਫਸਲ ਭਰਵੀਂ ਹੁੰਦੀ ਹੈ, ਇੰਨੀ ਫਸਲ ਮੋਟੀ ਤਾਜੀ ਹੁੰਦੀ ਹੈ ਕਿ 5 ਵਾਰ ਦਾਤੀ ਮਾਰੋ ਤੇ ਪੱਠਿਆਂ ਦੀ ਇੱਕ ਭਰੀ ਬਣ ਜਾਂਦੀ ਹੈ, ਬੰਡਲ ਬਣੇ ਇੱਕ ਭਰੀ ਬਣ ਜਾਂਦੀ ਹੈ। ਵੀ 5 ਤੁਸੀਂ ਦਾਤੀ ਦੇ ਕੱਟ ਲਾਏ, ਫਰੋਮ 5 cuts of sickle, ਸਿੱਕਲ ਬਣੇ ਦਾਤੀ, ਵੀ ਦਾਤੀ ਦੇ 5 ਆਪਣੇ 5 ਵਾਰ ਵੱਢਿਆ ਤੇ ਇੰਨਾ ਮਤਲਬ ਕਿ ਮੋਟੀ ਫਸਲ ਹੁੰਦੀ ਹੈ, ਇੰਨੀ ਤਗੜੀ ਹੁੰਦੀ ਹੈ ਕਿ ਤੇਰੀ ਇੱਕ ਭਰੀ ਬਣ ਜਾਏਗੀ, ਇੱਕ ਬੰਡਲ ਬਣ ਜਾਏਗਾ। ਤੁਹਾਡੀ ਕਿਤਾਬ 'ਚ ਉਹਨੇ ਸ਼ਬਦ ਵਰਤੇ ਸ਼ੀਫ, ਸ਼ੀਫ ਨੂੰ ਅਸੀਂ ਭਰੀ ਕਹਿ ਦਿੰਦੇ ਹਾਂ, ਬੰਡਲ ਕਹਿ ਦਿੰਦੇ ਹਾਂ, ਤੇ ਮੈਂ ਇੱਥੇ ਬੰਡਲ ਵਰਤਿਆ। then he concluded by telling, ਫਿਰ ਉਹਨੇ ਗੱਲ ਇਹ ਕਹਿ ਕੇ ਮੁਕਾਈ, then he concluded by telling, ਮਤਲਬ ਇਹ ਗੱਲ ਕਹਿ ਕੇ ਮੁਕਾਈ, the story of a peasant, ਇੱਕ ਕਿਸਾਨ ਦੀ ਕਹਾਣੀ ਦੱਸਦੇ ਹੋਏ ਗੱਲ ਮੁਕਾਈ, who came there with nothing, ਕਹਿੰਦਾ ਵੀ ਉੱਥੇ ਤੇ ਭਾਈ ਇੱਕ ਐਸਾ ਕਿਸਾਨ ਸੀਗਾ ਜਿਹੜਾ ਖਾਲੀ ਹੱਥ ਆਇਆ। came with nothing ਮਨੀ ਉਹਦੇ ਪੱਲੇ ਕੁਝ ਵੀ ਨਹੀਂ ਸੀਗਾ, but now owned 6 horses and 2 cows, ਤੇ ਹੁਣ ਉਹ 6 ਘੋੜਿਆਂ ਦਾ ਤੇ 2 ਗਾਈਆਂ ਦਾ ਮਾਲਕ ਸੀ। ਇੱਦਾਂ ਦੀ ਉਹਨੇ ਕਹਾਣੀ ਜਿਹੜੀ ਸੀ ਸਾਰੀ, ਬੜੀ ਜੋ ਅਸਲ ਗੱਲ ਸੀ ਉੱਥੇ ਦੀ, ਵੋਲਗਾ ਤੋਂ ਪਿੱਛੇ ਜਿੱਥੋਂ ਦੀ ਆਇਆ ਸੀ ਉੱਥੇ ਦੀ ਜ਼ਮੀਨ ਦੇ ਬਾਰੇ ਉਸ ਅਜਨਬੀ ਨੇ ਇਹ ਗੱਲਾਂ ਉਹਨੂੰ ਦੱਸੀਆਂ। ਤੇ ਬੱਚਿਓ ਇਹ ਮੈਂ ਇੱਕ ਸਲਾਈਡ ਐਡ ਕੀਤੀ ਹੈ, ਇਹਨਾਂ ਜੁੜਦੀ ਹੈ, ਤੇ ਮੈਂ ਲਿਖਿਆ ਇਨਹਾਂਸ ਯੂਅਰ ਨੌਲੇਜ, ਅਰਥਾਤ ਆਪਣੇ ਗਿਆਨ ਦੇ ਵਿੱਚ ਵਾਧਾ ਕਰੋ। ਹੁਣ ਵੋਲਗਾ ਕੀ ਹੈ? ਵੋਲਗਾ ਇਜ਼ ਅ ਰਿਵਰ ਇਨ ਰਸ਼ੀਆ। ਬੱਚਿਓ ਇਹ ਰਸ਼ੀਆ ਦੇ ਵਿੱਚ ਇੱਕ ਨਦੀ ਹੈ, ਐਂਡ ਇਟ ਇਜ਼ ਆਲਸੋ ਦੀ ਲੌਂਗੈਸਟ ਰਿਵਰ ਇਨ ਯੂਰਪ, ਤੇ ਯੂਰਪ ਦੀ
है तो रशिया की रिवर, पर रशिया यूरोप का हिस्सा है, तो पूरे यूरोप की सब तो लंबी नदी है दैट फ्लोज इनटू द कैस्पीयन सी, ते वग के कैस्पीयन सी दे विच जाके डिगदी है। हुण कैस्पीयन सी ये बच्चों दी कैस्पीयन सी है, दी कैस्पीयन सी इज़ अ लार्ज सॉल्ट वाटर लेक, है तो सी ना ਇਹਦਾ, पर असल में है खारे पानी की, सॉल्ट वाटर मैंने खारा पानी, मिठा पानी नहीं है। आम तौर पर जी लेक्स होंगे मिठे पानी दी होंदियां ने, पर दी कैस्पीयन सी इज़ अ लार्ज सॉल्ट वाटर लेक बिटवीन ईरान एंड रशिया, अर्थात ये उत्तर वाले पासे ते उत्तर पश्चिम वाले पासे रूस है, तो दक्षिण वाले पासे ਇਹਦਾ ईरान है, तो सज्जे पासे अर्थात पूर्वी पासे तुर्कमेनिस्तान ते कजाकिस्तान वो है वाले ਜਿਹੜੇ कंट्री ने है ने, पर मेन तौर पर बिटवीन ईरान एंड रशिया, अर्थात दक्षिण वाले पासे ईरान है तो उत्तर वाले पासे रशिया है, फैड बाय दी वोल्गा रिवर, अर्थात यह कैस्पीयन सी नूं खुराक पानी कितों मिलता है, वोल्गा रिवर तो। इट इज़ द लार्जेस्ट इनलैंड वाटर बॉडी इन द वर्ल्ड, अर्थात वाटर इनलैंड किहड़ा हुंदा बच्चों, चारों पासे ये धरती है, यह धरती के विचला है, ਇਹਦਾ किसी बाहरले समुद्र नाल ਇਹਦਾ जोड़ मेल नहीं है, सिर्फ जी नदी का पानी ये आके डिगदा है, किसी समुद्र के नाल जुड़िया नहीं होया। इट इज़ द लार्जेस्ट इनलैंड वाटर बॉडी इन द वर्ल्ड, पूरी दुनिया की सारी इनलैंड वाटर बॉडी सब तो वड्डी है। इट इज़ अबाउट 1200 मीटर लॉन्ग, एड़ा कैस्पीयन सी करीब 1200 किलोमीटर लंबा है, एंड हैज़ एन एवरेज विड्थ ऑफ 320 किलोमीटर, तो एवरेज में क्यों क्या कितने घट चौड़ा है कितने ज़्यादा चौड़ा है, तो औसतन यदि जी चौड़ाई है 320 किलोमीटर है। इट्स सरफेस इज़ अबाउट 27 मीटर्स बिलो द सी लैवल, और बच्चों मजेदार गल है सी लैवल तो थोड़ा हेठा है, कितना तकरीबन 27 मीटर है सी लैवल तो थले है। सो मैनू अज सोचा कि यह गल क्योंकि वोल्गा का जिक्र आया, यह गल दसनी बड़ी जरूरी है। सो वोल्गा एक रिवर का नाम है, तो वोल्गा रिवर जी है वो कैस्पीयन सी के जाके डिगती है। सो यह बच्चों जनरल नॉलेज सानू सारिਆਂ ਨੂੰ होनी चाहिए है। सो ऐसे प्यारे विद्यार्थियों तुहाडे इस लैसन के पहले 7 सवाल, तुसीं इसी तरह नेम नाल उत्साह नाल अपनी पढ़ाई करी चलो, तो अगली वीडियो तक लिए गुड बाय। तुहाडा सारिਆਂ ਦਾ बहुत बहुत धन्यवाद, रब राखा, थैंक यू वेरी मच।